ਅੱਜ ਆਓ ਅਸੀਂ ਉਹ ਜਗ੍ਹਾ ਜਿੱਥੇ ਕਿਰਪਾ ਸੜਦੀ ਹੈ ਅਤੇ ਉਹ ਜਗ੍ਹਾ ਜਿੱਥੇ ਕਿਰਪਾ ਉਛਲਦੀ ਹੈ ਸਿਰਲੇਖ ਉਪਦੇਸ਼ ਨਾਲ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਕਿਰਪਾ ਕਿਵੇਂ ਵਿਅਰਥ ਹੋ ਜਾਂਦੀ ਹੈ? ਅਜਿਹੇ ਲੋਕ ਹਨ ਜੋ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਦੇ ਹਨ ਪਰ ਇਸ ਨੂੰ ਸੜਨ ਦਿੰਦੇ ਹਨ। ਦੂਸਰੇ ਪਾਸੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਕਿਰਪਾ ਉਛਲਦੀ ਹੈ। ਆਓ ਅਸੀਂ ਇਹਨਾਂ ਦੋਨਾਂ ਮਾਮਲਿਆਂ ਬਾਰੇ ਸਮਝੀਏ। ਮ੍ਰਿਤ ਸਾਗਰ ਅਤੇ ਗਲੀਲ ਸਾਗਰ ਨੂੰ ਬਹੁਤ ਸਾਰੇ ਲੋਕ ਜਾਣਦੇ ਹਨ। ਇਸ ਨੂੰ ਮ੍ਰਿਤ ਸਾਗਰ ਕਿਉਂ ਕਿਹਾ ਜਾਂਦਾ ਹੈ? ਇਸ ਸਾਗਰ ਦੇ ਨਾਮ ਵਿੱਚ ਮ੍ਰਿਤ ਸ਼ਬਦ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਇਹ ਮੌਤ ਦਾ ਸਾਗਰ ਹੈ। ਮ੍ਰਿਤ ਸਾਗਰ ਮੌਤ ਦਾ ਸਾਗਰ ਕਿਉਂ ਬਣ ਗਿਆ? ਗਲੀਲ ਸਾਗਰ ਇੱਕ ਜਿਉਂਦਾ ਸਾਗਰ ਕਿਉਂ ਬਣ ਗਿਆ? ਲੋਕਾਂ ਨੂੰ ਇਸ ਦਾ ਜਵਾਬ ਮ੍ਰਿਤ ਸਾਗਰ ਅਤੇ ਗਲੀਲ ਸਾਗਰ ਦੀ ਭੂਗੋਲਿਕ ਸਥਿਤੀ ਵਿੱਚ ਮਿਲਿਆ। ਗਲੀਲ ਸਾਗਰ ਯਰਦਨ ਨਦੀ ਤੋਂ ਵਗ ਕੇ ਆਉਣ ਵਾਲੇ ਪਾਣੀ ਨੂੰ ਨਹੀਂ ਰੋਕਦਾ। ਗਲੀਲ ਸਾਗਰ ਹਮੇਸ਼ਾ ਪਾਣੀ ਨੂੰ ਮ੍ਰਿਤ ਸਾਗਰ ਵਰਗੀ ਦੂਸਰੀ ਜਗ੍ਹਾ ਵਿੱਚ ਵਗਣ ਦਿੰਦਾ ਹੈ। ਹਾਲਾਂਕਿ ਮ੍ਰਿਤ ਸਾਗਰ ਵਗ ਕੇ ਆਉਣ ਵਾਲੇ ਸਾਰੇ ਪਾਣੀ ਨੂੰ ਲੈ ਲੈਂਦਾ ਹੈ ਅਤੇ ਇਸ ਨੂੰ ਕਦੇ ਸਾਂਝਾ ਨਹੀਂ ਕਰਦਾ। ਇਸ ਲਈ ਗਲੀਲ ਸਾਗਰ ਇੱਕ ਜਿਉਂਦਾ ਸਾਗਰ ਬਣ ਗਿਆ ਅਤੇ ਮ੍ਰਿਤ ਸਾਗਰ ਮੌਤ ਦਾ ਸਮੁੰਦਰ ਬਣ ਗਿਆ। ਮ੍ਰਿਤ ਸਾਗਰ ਵਿੱਚ ਕੋਈ ਵੀ ਮੱਛੀ ਜਿਉਂਦੀ ਨਹੀਂ ਰਹਿ ਸਕਦੀ। ਪਰ ਜਿਵੇਂ ਕਿ ਅਸੀਂ ਬਾਈਬਲ ਵਿੱਚ ਦੇਖ ਸਕਦੇ ਹਾਂ, ਪਤਰਸ ਨੇ ਗਲੀਲ ਦੀ ਝੀਲ ਵਿੱਚ ਮੱਛੀਆਂ ਫੜੀਆਂ। ਯਿਸੂ ਨੇ ਗਲੀਲ ਦੀ ਝੀਲ ਦੇ ਕੰਢੇ ਪ੍ਰਚਾਰ ਕੀਤਾ। ਉਹਨਾਂ ਨੇ ਆਪਣੇ ਜੀ ਉੱਠਣ ਤੋਂ ਬਾਅਦ ਗਲੀਲ ਦੀ ਝੀਲ ਦੇ ਕੰਢੇ ਮੱਛੀ ਵੀ ਖਾਧੀ। ਗਲੀਲ ਦੀ ਝੀਲ ਵੱਡੀ ਜੀਵਨ ਸ਼ਕਤੀ ਅਤੇ ਜੀਵਨ ਨਾਲ ਭਰਪੂਰ ਜਗ੍ਹਾ ਹੈ। ਹਾਲਾਂਕਿ ਮ੍ਰਿਤ ਸਾਗਰ ਮੌਤ ਦਾ ਸਾਗਰ ਹੈ, ਜਿੱਥੇ ਕੋਈ ਵੀ ਪ੍ਰਾਣੀ ਇੱਕ ਸੈਕਿੰਡ ਵੀ ਜਿਉਂਦਾ ਨਹੀਂ ਰਹਿ ਸਕਦਾ। ਅਜਿਹਾ ਕਿਉਂ ਹੈ? ਪਹਿਲਾ ਵਰਣਨ ਕੀਤਾ ਗਿਆ ਸਾਗਰ ਜਲ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਦੂਸਰੀ ਜਗ੍ਹਾ ਭੇਜਦਾ ਹੈ। ਹਾਲਾਂਕਿ ਬਾਅਦ ਵਾਲਾ ਸਾਗਰ ਜਲ ਪ੍ਰਾਪਤ ਕਰਨ ਤੋਂ ਬਾਅਦ ਸਿਰਫ ਇਸ ਨੂੰ ਜਮ੍ਹਾਂ ਕਰਦਾ ਹੈ। ਇਹ ਸਾਗਰ ਦੂਸਰਿਆਂ ਨੂੰ ਦੇਣਾ ਜਾਂ ਦੂਸਰਿਆਂ ਨਾਲ ਸਾਂਝਾ ਕਰਨਾ ਨਹੀਂ ਜਾਣਦਾ। ਨਤੀਜੇ ਵਜੋਂ ਇੱਕ ਨੂੰ ਜੀਵਨ ਦਾ ਸਾਗਰ ਕਿਹਾ ਜਾਂਦਾ ਹੈ ਅਤੇ ਦੂਸਰੇ ਨੂੰ ਮੌਤ ਦਾ ਸਾਗਰ ਕਿਹਾ ਜਾਂਦਾ ਹੈ। ਇਹਨਾਂ ਹਾਲਾਤਾਂ ਕਾਰਨ ਇੱਕ ਜੀਵਨ ਦਾ ਸਾਗਰ ਬਣ ਗਿਆ ਅਤੇ ਦੂਸਰਾ ਮੌਤ ਦਾ ਸਾਗਰ ਬਣ ਗਿਆ। ਇਸ ਪਤਝੜ ਦੇ ਪਰਵ ਦੁਆਰਾ ਪਰਮੇਸ਼ਰ ਨੇ ਸਾਨੂੰ ਲਗਾਤਾਰ ਬਹੁਤਾਇਤ ਨਾਲ ਪਵਿੱਤਰ ਆਤਮਾ ਦੀ ਕਿਰਪਾ ਪ੍ਰਦਾਨ ਕੀਤੀ ਹੈ। ਅਜਿਹੇ ਚਰਚ ਹਨ ਜਿੱਥੇ ਕਿਰਪਾ ਵੱਧਦੀ ਹੈ ਅਤੇ ਅਜਿਹੇ ਚਰਚ ਹਨ ਜਿੱਥੇ ਕਿਰਪਾ ਸੜਦੀ ਹੈ। ਕੁਝ ਅਜਿਹੇ ਲੋਕ ਹਨ ਜੋ ਕਿਰਪਾ ਨਾਲ ਭਰ ਗਏ ਹਨ ਅਤੇ ਕੁਝ ਅਜਿਹੇ ਲੋਕ ਹਨ ਜੋ ਉਸ ਕਿਰਪਾ ਨੂੰ ਭ੍ਰਸ਼ਟ ਕਰ ਰਹੇ ਹਨ ਜੋ ਉਹਨਾਂ ਨੇ ਪ੍ਰਾਪਤ ਕੀਤੀ ਹੈ। ਜੇਕਰ ਸਾਨੂੰ ਪਰਮੇਸ਼ਰ ਤੋਂ ਪਵਿੱਤਰ ਆਤਮਾ ਦੀ ਆਸ਼ੀਸ਼ ਪ੍ਰਾਪਤ ਹੋਈ ਹੈ, ਤਦ ਸਾਨੂੰ ਪਵਿੱਤਰ ਆਤਮਾ ਨੂੰ ਸਾਂਝਾ ਕਰਨਾ ਚਾਹੀਦਾ ਹੈ। ਜੋ ਦੂਜਿਆਂ ਨੂੰ ਪ੍ਰਚਾਰ ਕਰਦੇ ਹਨ, ਉਹਨਾਂ ਵਿੱਚ ਪਵਿੱਤਰ ਆਤਮਾ ਦੀ ਕਿਰਪਾ ਉਛਲਦੀ ਹੈ। ਹਾਲਾਂਕਿ ਜੇਕਰ ਅਸੀਂ ਉਸ ਵਿਅਕਤੀ ਵਾਂਗ ਜਿਸ ਨੇ ਇੱਕ ਤੋੜੇ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਸੀ, ਪਵਿੱਤਰ ਆਤਮਾ ਦੀ ਕਿਰਪਾ ਨੂੰ ਸਿਰਫ ਆਪਣੇ ਕੋਲ ਹੀ ਰੱਖੀਏ, ਤਦ ਇਸ ਦਾ ਕੀ ਹੋਵੇਗਾ? ਇਹ ਸੜ ਜਾਏਗਾ। ਅਸੀਂ ਦੁਨੀਆ ਭਰ ਦੇ ਸਿਓਨ ਤੋਂ ਅਦਭੁਤ ਖਬਰਾਂ ਅਤੇ ਸੰਦੇਸ਼ ਸੁਣ ਰਹੇ ਹਾਂ। ਉਹਨਾਂ ਨੇ ਜੋ ਕੁਝ ਪ੍ਰਾਪਤ ਕੀਤਾ ਹੈ, ਉਹ ਉਸ ਨੂੰ ਦੁਨੀਆ ਦੇ ਲੋਕਾਂ ਨਾਲ ਸਾਂਝਾ ਕਰਦੇ ਹਨ। ਸਵਰਗੀ ਯਰੂਸ਼ਲਮ ਮਾਤਾ ਜੀ ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ? ਪਾਪੀਆਂ ਦੀ ਤੋਬਾ ਤੋਂ ਮਾਤਾ ਜੀ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ। ਇਸ ਤਰ੍ਹਾਂ ਸੋਚਦੇ ਹੋਏ ਸਾਰੇ ਚਰਚਾਂ ਨੇ ਸਵਰਗੀ ਮਾਤਾ ਨੂੰ ਤੋਬਾ ਦੇ ਸੁੰਦਰ ਤੋਹਫੇ ਦੇਣ ਲਈ ਆਪਣੇ ਦਿਲ, ਮਨਾਂ ਅਤੇ ਕੋਸ਼ਿਸ਼ਾਂ ਨੂੰ ਇੱਕ ਕੀਤਾ। ਦੂਸਰੇ ਸ਼ਬਦਾਂ ਵਿੱਚ ਉਸ ਚਰਚ ਵਿੱਚ ਬਹੁਤ ਸਾਰੀਆਂ ਸੁੰਦਰ ਨਵੀਆਂ ਆਤਮਾਵਾਂ ਦਾ ਜਨਮ ਹੋਇਆ ਹੈ ਜੋ ਕਿਰਪਾ ਨਾਲ ਭਰਿਆ ਹੋਇਆ ਹੈ। ਹਾਲਾਂਕਿ ਉਸ ਜਗ੍ਹਾ ਉੱਤੇ ਕੋਈ ਜੀਵਨ ਮੌਜੂਦ ਨਹੀਂ ਹੋ ਸਕਦਾ ਜਾਂ ਜਿਉਂਦਾ ਨਹੀਂ ਰਹਿ ਸਕਦਾ ਜਿੱਥੇ ਕਿਰਪਾ ਸਾਂਝੀ ਨਹੀਂ ਕੀਤੀ ਜਾਂਦੀ ਅਤੇ ਸੜਦੀ ਹੈ। ਪਰਮੇਸ਼ਰ ਦੇ ਬਚਨ ਨੂੰ ਅਮਲ ਵਿੱਚ ਲਿਆਉਂਦੇ ਹਾਂ ਤਦ ਕਿਰਪਾ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਹਾਲਾਂਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਾਂ
ਪਰ ਉਸ ਉੱਤੇ ਅਮਲ ਨਹੀਂ ਕਰਦੇ, ਤਦ ਕਿਰਪਾ ਖਰਾਬ ਹੋ ਜਾਂਦੀ ਹੈ। ਅਰੇ ਲੋਕੋ, ਇਸ ਘੜੀ ਤੋਂ ਸਾਨੂੰ ਸਾਰਿਆਂ ਨੂੰ ਜਿਉਂਦੇ ਸਾਗਰ ਵਾਂਗ ਬਣਨਾ ਚਾਹੀਦਾ ਹੈ, ਨਾ ਕਿ ਮ੍ਰਿਤ ਸਾਗਰ, ਮੌਤ ਦੇ ਸਾਗਰ ਵਾਂਗ। ਪਰਮੇਸ਼ਰ ਦੀ ਕਿਰਪਾ ਨੂੰ ਆਪਣੇ ਦਿਲਾਂ ਉੱਤੇ ਡੂੰਘਾਈ ਨਾਲ ਉਕਰੀ ਕਰਦੇ ਹੋਏ ਆਓ ਅਸੀਂ ਮਤੀ ਅਧਿਆਇ 28 ਖੋਲੀਏ। ਆਓ ਅਸੀਂ ਮਤੀ ਅਧਿਆਇ 28 ਵਚਨ 18 ਵਿੱਚ ਪਰਮੇਸ਼ਰ ਦੀਆਂ ਸਿੱਖਿਆਵਾਂ ਉੱਤੇ ਇੱਕ ਨਜ਼ਰ ਪਾਈਏ। ਅਧਿਆਇ 28 ਵਚਨ 18 ਵਿੱਚ ਲਿਖਿਆ ਹੈ, ਯਿਸੂ ਨੇ ਉਹਨਾਂ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ। ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਪਰਮੇਸ਼ਰ ਨੇ ਸਾਨੂੰ ਇੱਕ ਜਿਉਂਦਾ ਸਾਗਰ ਬਣਾਉਣ ਲਈ ਇਹ ਮਿਸ਼ਨ ਦਿੱਤਾ ਹੈ। ਜੋ ਲੋਕ ਕਿਰਪਾ ਨਾਲ ਭਰੇ ਹੋਏ ਹਨ ਉਹ ਜਿਉਂਦੇ ਸਾਗਰ ਵਰਗੇ ਹਨ। ਜਦੋਂ ਉਸ ਮਨੁੱਖ ਨੇ ਜਿਸ ਨੇ ਇੱਕ ਤੋੜਾ ਪ੍ਰਾਪਤ ਕੀਤਾ ਸੀ ਅਤੇ ਉਸ ਨੂੰ ਲੁਕਾ ਦਿੱਤਾ ਸੀ, ਮਾਲਕ ਨੂੰ ਉਹ ਤੋੜਾ ਵਾਪਿਸ ਕੀਤਾ, ਤਦ ਮਾਲਕ ਨੇ ਕਿਹਾ, ਉਸ ਆਦਮੀ ਨੇ ਜੋ ਕੀਤਾ ਹੈ ਉਹ ਬੁਰਾ ਹੈ। ਆਤਮਿਕ ਦ੍ਰਿਸ਼ਟੀਕੋਣ ਤੋਂ ਪਰਮੇਸ਼ਰ ਨੇ ਉਸ ਦੇ ਕੰਮ ਨੂੰ ਇੱਕ ਬਹੁਤ ਬੁਰੀ ਚੀਜ਼ ਦੇ ਰੂਪ ਵਿੱਚ ਵਰਣਨ ਕੀਤਾ। ਉਹ ਦੁਸ਼ਟ ਚਾਕਰ, ਜੇਕਰ ਇਹ ਇੱਕ ਤੋੜਾ ਕਿਸੇ ਦੂਸਰੇ ਕੋਲ ਜਾਂਦਾ ਤਦ ਉਹ ਹੋਰ ਜ਼ਿਆਦਾ ਤੋੜੇ ਕਮਾਉਂਦਾ। ਤੂੰ ਇਸ ਨੂੰ ਜ਼ਮੀਨ ਵਿੱਚ ਕਿਉਂ ਦੱਬਿਆ? ਤੂੰ ਇਸ ਨੂੰ ਆਪਣੇ ਕੋਲ ਹੀ ਸੀਮਿਤ ਕਿਉਂ ਰੱਖਿਆ? ਇਹ ਕਹਿਣ ਦੁਆਰਾ ਉਹਨਾਂ ਦਾ ਮਤਲਬ ਸੀ, ਤੁਸੀਂ ਇਸ ਦੀ ਚੰਗੀ ਤਰ੍ਹਾਂ ਵਰਤੋਂ ਕਿਉਂ ਨਹੀਂ ਕੀਤੀ? ਇਸ ਨੂੰ ਨਾ ਹੀ ਦਿੱਤਾ, ਨਾ ਹੀ ਸਾਂਝਾ ਕੀਤਾ, ਨਾ ਹੀ ਇਸ ਦੀ ਵਡਿਆਈ ਕੀਤੀ ਅਤੇ ਨਾ ਹੀ ਇਸ ਦਾ ਪ੍ਰਚਾਰ ਕੀਤਾ। ਜਿੱਥੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਇਆ ਜਾਂਦਾ ਹੈ, ਉੱਥੇ ਕਿਰਪਾ ਹਮੇਸ਼ਾ ਉਛਲਦੀ ਹੈ। ਪਰ ਉਸ ਜਗ੍ਹਾ ਵਿੱਚ ਜਿੱਥੇ ਲੋਕ ਪਰਮੇਸ਼ਰ ਦੇ ਵਚਨ ਨੂੰ ਸਿਰਫ ਜਾਣਦੇ ਹੋਏ ਅਤੇ ਆਪਣੇ ਦਿਲਾਂ ਵਿੱਚ ਰੱਖਦੇ ਹੋਏ ਸਿਰਫ ਸ਼ਬਦ ਮੰਨਦੇ ਹਨ, ਕਿਰਪਾ ਪੱਕੇ ਤੌਰ ਤੇ ਸੜ ਜਾਂਦੀ ਹੈ। ਮਤੀ ਦੀ ਕਿਤਾਬ ਦੇ ਆਖਰੀ ਅਧਿਆਇ ਵਿੱਚ ਯਿਸੂ ਨੇ ਕਿਹਾ, ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਉਹਨਾਂ ਨੇ ਸਾਨੂੰ ਜਾ ਕੇ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਫਿਰ ਪਰਮੇਸ਼ਰ ਦੀ ਕਿਰਪਾ ਦਾ ਕੀ ਹੋਵੇਗਾ? ਪਰਮੇਸ਼ਰ ਸਾਨੂੰ ਵੱਧ ਤੋਂ ਵੱਧ ਕਿਰਪਾ ਦੇਣਗੇ। ਜਦੋਂ ਸਾਰਫਤ ਦੀ ਵਿਧਵਾ ਨੇ ਏਲੀਆ ਦੀ ਸੇਵਾ ਕਰਨ ਲਈ ਕੜੇ ਵਿੱਚੋਂ ਆਟਾ ਕੱਢਿਆ, ਤਦ ਉਸ ਆਟੇ ਦਾ ਕੀ ਹੋਇਆ? ਉਹ ਓਨੀ ਹੀ ਮਾਤਰਾ ਵਿੱਚ ਫਿਰ ਤੋਂ ਭਰ ਗਿਆ। ਜਦੋਂ ਵੀ ਉਸਨੇ ਉਹ ਬਾਹਰ ਕੱਢਿਆ, ਉਹ ਦੁਬਾਰਾ ਭਰ ਗਿਆ। ਸ੍ਰੇ ਸ਼ਬਦਾਂ ਵਿੱਚ ਉਹਨਾਂ ਲੋਕਾਂ ਲਈ ਜੋ ਕਿਰਪਾ ਨਾਲ ਭਰੇ ਹੋਏ ਹਨ, ਅਰਥਾਤ ਉਹ ਜੋ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦੇ ਹਨ, ਪਰਮੇਸ਼ਰ ਉਹਨਾਂ ਨੂੰ ਆਪਣੀ ਕਿਰਪਾ ਨਾਲ ਵਾਰ-ਵਾਰ ਭਰਦੇ ਹਨ, ਕਿਉਂਕਿ ਉਹ ਇਸ ਨੂੰ ਸਾਂਝਾ ਕਰਨਾ ਜਾਰੀ ਰੱਖਦੇ ਹਨ। ਕੀ ਹੁੰਦਾ ਜੇਕਰ ਸਾਰਫਤ ਦੀ ਵਿਧਵਾ ਨੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਨਹੀਂ ਲਿਆਇਆ ਹੁੰਦਾ ਅਤੇ ਨਾ ਹੀ ਇਸ ਨੂੰ ਸਾਂਝਾ ਕੀਤਾ? ਜੇਕਰ ਉਹ ਇਸ ਗੱਲ ਦੀ ਚਿੰਤਾ ਵਿੱਚ ਕਿ ਸਭ ਕੁਝ ਖਤਮ ਹੋ ਜਾਣ ਤੋਂ ਬਾਅਦ ਖਾਣ ਲਈ ਕੁਝ ਵੀ ਨਹੀਂ ਬਚੇਗਾ, ਆਟੇ ਦੀ ਵਰਤੋਂ ਨਹੀਂ ਕਰਦੀ, ਤਦ ਨਿਸ਼ਚਿਤ ਰੂਪ ਨਾਲ ਉਹ ਅਤੇ ਉਸ ਦਾ ਪੁੱਤਰ ਮਰ ਜਾਂਦੇ। ਇਸ ਤਰ੍ਹਾਂ ਉਹ ਜਗ੍ਹਾ ਹੈ ਜਿੱਥੇ ਕਿਰਪਾ ਸੜਦੀ ਹੈ ਅਤੇ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਹਰ ਰੋਜ਼ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਕਿਉਂਕਿ ਪਰਮੇਸ਼ਰ ਇਸ ਜਗ੍ਹਾ ਨੂੰ ਗਲੀਲ ਸਾਗਰ ਵਾਂਗ ਭਰਨਾ ਜਾਰੀ ਰੱਖਦੇ ਹਨ, ਜਿੱਥੇ ਉਹ ਸਾਰੀਆਂ ਮੱਛੀਆਂ ਹਨ। ਇਸ ਲਈ ਸਾਰੇ ਜਿਉਂਦੇ ਪ੍ਰਾਣੀ ਅਜਿਹੀ ਜਗ੍ਹਾ ਵਿੱਚ ਵਧਣ ਫੁੱਲਣ ਵਿੱਚ ਯੋਗ ਹਨ। ਹਾਲਾਂਕਿ ਕੋਈ ਵੀ ਮੱਛੀ ਮ੍ਰਿਤ ਸਾਗਰ ਵਿੱਚ ਨਹੀਂ ਰਹਿ ਸਕਦੀ ਜੋ ਜਲ ਨੂੰ ਸਿਰਫ ਪ੍ਰਾਪਤ ਕਰਦਾ ਹੈ। ਉੱਥੇ ਕੋਈ ਵੀ ਪ੍ਰਾਣੀ ਜਿਉਂਦਾ ਨਹੀਂ ਰਹਿ ਸਕਦਾ। ਜਦੋਂ ਅਸੀਂ ਇਹਨਾਂ ਦੋਨਾਂ ਸਥਾਨਾਂ ਦੀ ਤੁਲਨਾ ਕਰਦੇ ਹਾਂ, ਤਦ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰਦੇ ਹਾਂ ਅਤੇ ਉਹਨਾਂ ਨੂੰ ਅਮਲ ਵਿੱਚ ਲਿਆਉਂਦੇ ਹਾਂ, ਤਦ ਪਰਮੇਸ਼ਰ ਦੀ ਕਿਰਪਾ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਹਾਲਾਂਕਿ ਜੇਕਰ ਅਸੀਂ ਸਿਰਫ ਪਰਮੇਸ਼ਰ ਦੇ ਵਚਨ ਨੂੰ ਪ੍ਰਾਪਤ ਕਰਦੇ ਹਾਂ ਅਤੇ ਇਸ ਨੂੰ ਸਿਖਾਏ ਬਿਨਾਂ ਜਾਂ ਕਿਸੇ ਨਾਲ ਸਾਂਝਾ ਕੀਤੇ ਬਿਨਾਂ ਇਸ ਨੂੰ ਆਪਣੇ ਕੋਲ ਰੱਖਦੇ ਹਾਂ, ਤਦ ਪਰਮੇਸ਼ਰ ਦੀ ਕੀਮਤੀ ਕਿਰਪਾ ਪ੍ਰਦਰਸ਼ਿਤ ਨਹੀਂ ਹੋਵੇਗੀ। ਇਸ ਦੀ ਬਜਾਏ ਪਰਮੇਸ਼ਰ ਦੀ ਕਿਰਪਾ ਸੜ ਜਾਏਗੀ। ਕਿ ਸਾਨੂੰ ਪਰਮੇਸ਼ਰ ਦੀ ਕਿਰਪਾ ਨੂੰ ਸੜਨ ਦੀ ਬਜਾਏ ਉਸ ਨੂੰ ਵਗਣ ਨਹੀਂ ਦੇਣਾ ਚਾਹੀਦਾ?
ਕੁਝ ਲੋਕ ਸੋਚ ਸਕਦੇ ਹਨ, ਮੈਨੂੰ ਲੱਗਦਾ ਹੈ ਕਿ ਮੈਂ ਪਰਮੇਸ਼ਰ ਦੇ ਵਚਨ ਵਿੱਚ ਚੰਗਾ ਹਾਂ, ਪਰ ਮੈਨੂੰ ਖੁਸ਼ੀ ਕਿਉਂ ਨਹੀਂ ਹੁੰਦੀ? ਮੈਂ ਪਵਿੱਤਰ ਆਤਮਾ ਦੀ ਉਸ ਖੁਸ਼ੀ ਦਾ ਅਹਿਸਾਸ ਕਿਉਂ ਨਹੀਂ ਕਰ ਪਾਉਂਦਾ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ? ਕਾਰਨ ਬਹੁਤ ਸਾਧਾਰਨ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਹ ਹਮੇਸ਼ਾ ਪਰਮੇਸ਼ਰ ਦੇ ਵਚਨ ਨੂੰ ਆਪਣੇ ਕੋਲ ਰੱਖਦੇ ਹਨ। ਭਾਵੇਂ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਬਹੁਤਾਇਤ ਨਾਲ ਪ੍ਰਾਪਤ ਕੀਤਾ, ਪਰ ਉਹਨਾਂ ਨੇ ਇਸ ਨੂੰ ਕਿਸੇ ਨੂੰ ਸਾਂਝਾ ਨਹੀਂ ਕੀਤਾ, ਨਾ ਸਿਖਾਇਆ, ਨਾ ਹੀ ਪ੍ਰਚਾਰ ਕੀਤਾ, ਪਰ ਇਸ ਨੂੰ ਸਿਰਫ ਆਪਣੇ ਤੱਕ ਹੀ ਰੱਖਿਆ। ਇਸੇ ਲਈ ਪਰਮੇਸ਼ਰ ਦੀ ਕਿਰਪਾ ਨਸ਼ਟ ਹੋਣੀ ਤੈਅ ਹੈ। ਸਾਰੇ ਲੋਕੋ, ਆਓ ਅਸੀਂ ਮੂਰਖ ਨਾ ਬਣੀਏ ਜੋ ਪਰਮੇਸ਼ਰ ਦੀ ਕਿਰਪਾ ਨੂੰ ਸੜਨ ਦਿੰਦੇ ਹਨ। ਇਸ ਦੀ ਬਜਾਏ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਸਾਰੀ ਮਨੁੱਖ ਜਾਤੀ ਨਾਲ ਸਾਂਝਾ ਕਰਨਾ ਚਾਹੀਦਾ ਹੈ, ਤਾਂ ਜੋ ਜਦੋਂ ਪਿਤਾ ਆਉਣਗੇ ਉਸ ਦਿਨ ਬਿਨਾਂ ਕਿਸੇ ਸ਼ਰਮ ਦੇ ਸਵਰਗੀ ਪਿਤਾ ਦਾ ਸਵਾਗਤ ਕਰ ਸਕੀਏ। ਪਰਮੇਸ਼ਰ ਦੀ ਕਿਰਪਾ ਉਸ ਜਗ੍ਹਾ ਵਿੱਚ ਉਛਲਦੀ ਹੈ ਜਿੱਥੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਇਆ ਜਾਂਦਾ ਹੈ। ਪਰਮੇਸ਼ਰ ਦੀ ਕਿਰਪਾ ਉਸ ਜਗ੍ਹਾ ਵਿੱਚ ਸੜਦੀ ਹੈ ਜਿੱਥੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਨਹੀਂ ਲਿਆਇਆ ਜਾਂਦਾ। ਆਓ ਅਸੀਂ ਯਾਕੂਬ ਅਧਿਆਇ 2 ਦੁਆਰਾ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਯਾਕੂਬ ਅਧਿਆਇ 2 ਵਚਨ 14 ਉੱਤੇ ਇੱਕ ਨਜ਼ਰ ਪਾਈਏ। ਯਾਕੂਬ ਅਧਿਆਇ 2 ਵਚਨ 14 ਵਿੱਚ ਲਿਖਿਆ ਹੈ, ਹੇ ਮੇਰੇ ਭਰਾਵੋ, ਜੇ ਕੋਈ ਆਖੇ ਭਾਈ ਮੈਨੂੰ ਨੇਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਾਵੇਂ ਅਸੀਂ ਇਹ ਸੋਚਦੇ ਹੋਏ ਆਪਣੇ ਬਾਰੇ ਸ਼ੇਖੀ ਮਾਰਦੇ ਹਾਂ, ਮੈਨੂੰ ਵਿਸ਼ਵਾਸ ਹੈ ਕਿਉਂਕਿ ਮੈਂ ਪਰਮੇਸ਼ਰ ਦਾ ਵਚਨ ਬਹੁਤਾਇਤ ਨਾਲ ਪ੍ਰਾਪਤ ਕੀਤਾ ਹੈ, ਇਸ ਲਈ ਮੇਰੇ ਕੋਲ ਚੰਗਾ ਵਿਸ਼ਵਾਸ ਹੈ। ਪਰ ਬਾਈਬਲ ਕਹਿੰਦੀ ਹੈ, ਜੇਕਰ ਤੁਸੀਂ ਅਮਲ ਨਹੀਂ ਕਰਦੇ ਤਦ ਇਸ ਤੋਂ ਕੀ ਲਾਭ? ਜੇਕਰ ਤੁਸੀਂ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹੋ ਪਰ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਤਾਂ ਕੀ ਹੋਵੇਗਾ? ਜੇਕਰ ਤੁਸੀਂ ਸਾਂਝਾ ਨਹੀਂ ਕਰ ਰਹੇ, ਸਿਖਾ ਨਹੀਂ ਰਹੇ ਜਾਂ ਪ੍ਰਚਾਰ ਨਹੀਂ ਕਰ ਰਹੇ ਹੋ, ਤਦ ਤੁਹਾਡਾ ਵਿਸ਼ਵਾਸ ਵਿਅਰਥ ਹੈ। ਇੱਥੇ ਬਾਈਬਲ ਸਾਨੂੰ ਫਿਰ ਤੋਂ ਪੁੱਛਦੀ ਹੈ ਕਿ ਅਜਿਹਾ ਵਿਸ਼ਵਾਸ ਕਦੇ ਉਸ ਦੀ ਮੁਕਤੀ ਕਰ ਸਕਦਾ ਹੈ। ਆਓ ਅਸੀਂ ਵਚਨ 15 ਨਾਲ ਜਾਰੀ ਰੱਖੀਏ। ਜੇ ਕੋਈ ਭਾਈ ਜਾਂ ਭੈਣ ਨੰਗਾ ਅਤੇ ਰਜਵੀਂ ਰੋਟੀ ਤੋਂ ਥੁੜਿਆ ਹੋਵੇ, ਤੁਸਾਂ ਵਿੱਚੋਂ ਕੋਈ ਉਹਨਾਂ ਨੂੰ ਆਖੇ ਭਾਈ ਸੁੱਖ ਸਾਂਦ ਨਾਲ ਜਾਓਗੇ ਅਤੇ ਰੱਜੇ ਪੁੱਜੇ ਰਹੋ, ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਂਦੀਆਂ ਹਨ ਉਹ ਤੁਸਾਂ ਉਹਨਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ? ਇਸ ਪ੍ਰਕਾਰ ਨੇਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਇਸ ਨੇਚਾ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ? ਉਹ ਮੋਈ ਹੋਈ ਹੈ। ਦੂਸਰੇ ਸ਼ਬਦਾਂ ਵਿੱਚ ਕਿਰਪਾ ਦਾ ਕੀ ਹੋਇਆ? ਕਿਰਪਾ ਸੜੀ ਹੋਈ ਹੈ। ਸੜਿਆ ਹੋਇਆ ਹੋਣਾ ਮੌਤ ਲਈ ਦੂਸਰਾ ਪ੍ਰਗਟਾਵਾ ਹੈ। ਇਸ ਦਾ ਮਤਲਬ ਹੈ ਕਿ ਉਸ ਪ੍ਰਾਣੀ ਨੂੰ ਫਿਰ ਜਿਉਂਦਾ ਨਹੀਂ ਕੀਤਾ ਜਾ ਸਕਦਾ। ਬਾਈਬਲ ਸਾਨੂੰ ਇਹ ਕਹਿੰਦੇ ਹੋਏ ਜਗਾਉਂਦੀ ਹੈ ਕਿ ਇਸੇ ਪ੍ਰਕਾਰ ਨੇਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਤਦ ਸਾਡਾ ਵਿਸ਼ਵਾਸ ਮਰਿਆ ਹੋਇਆ ਹੈ ਅਤੇ ਉੱਥੇ ਪਰਮੇਸ਼ਰ ਦੀ ਕਿਰਪਾ ਸੜ ਰਹੀ ਹੈ। ਆਓ ਅਸੀਂ ਵਚਨ 18 ਨਾਲ ਜਾਰੀ ਰੱਖੀਏ। ਪਰ ਕੋਈ ਆਖੇਗਾ ਭਾਈ ਮੇਰੇ ਕੋਲ ਨੇਚਾ ਹੈ ਅਤੇ ਮੇਰੇ ਕੋਲ ਅਮਲ ਹਨ, ਤੂੰ ਆਪਣੀ ਨੇਚਾ ਅਮਲਾ ਬਿਨਾ ਮੈਨੂੰ ਵਿਖਾ ਅਤੇ ਮੈਂ ਆਪਣੇ ਅਮਲਾਂ ਨਾਲ ਤੈਨੂੰ ਆਪਣੀ ਨੇਚਾ ਵਿਖਾਵਾਂਗਾ। ਤੂੰ ਨੇਚਾ ਰੱਖਦਾ ਹੈ ਜੋ ਪਰਮੇਸ਼ਰ ਇੱਕੋ ਹਨ, ਇਹ ਤੂੰ ਅੱਛਾ ਕਰਦਾ ਹੈ। ਭੂਤ ਇਹੋ ਨੇਚਾ ਕਰਦੇ ਹਨ ਅਤੇ ਕੰਬਦੇ ਹਨ। ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਜਾਣਨਾ ਚਾਹੁੰਦਾ ਹੈ ਭਾਈ ਅਮਲਾ ਬਾਝੋਂ ਨੇਚਾ ਆਕਰਤ ਹੈ? ਸਾਰੇ ਲੋਕੋ, ਆਓ ਅਸੀਂ ਕਹੀਏ ਕਿ ਅਸੀਂ ਬਾਈਬਲ ਦੀਆਂ ਸਾਰੀਆਂ ਸੱਚਾਈਆਂ, ਸਬਤ ਦਾ ਦਿਨ, ਪਸਾਹ, ਨਵਾਂ ਨਾਮ, ਨਵੀਂ ਯਰੂਸ਼ਲਮ, 3 ਵਾਰ ਵਿੱਚ 7 ਪਰਵ ਅਤੇ ਪਵਿੱਤਰ ਅਸਥਾਨ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਾਂ। ਹਾਲਾਂਕਿ ਜੇਕਰ ਤੁਸੀਂ ਇਸ ਗਿਆਨ ਨੂੰ ਸਾਂਝਾ ਕੀਤੇ ਬਿਨਾਂ ਸੰਤੁਸ਼ਟ ਹੋ ਤਦ ਸਮਾਂ ਬੀਤਣ ਨਾਲ ਕਿਰਪਾ ਤੁਹਾਡੇ ਅੰਦਰ ਸੜਦੀ ਰਹਿੰਦੀ ਹੈ। ਮੈਂ ਲੰਬੇ ਸਮੇਂ ਤੋਂ ਸੱਚਾਈ ਵਿੱਚ ਹਾਂ, ਪਰ ਮੈਂ ਪਰਮੇਸ਼ਰ ਨੂੰ ਮਿਲਣ ਲਈ ਚਰਚ ਆਉਣ ਦੇ ਬਾਵਜੂਦ ਵੀ ਖੁਸ਼ੀ ਮਹਿਸੂਸ ਨਹੀਂ ਕਰਦਾ। ਮੈਨੂੰ ਆਪਣੇ ਗੁਆਚੇ ਹੋਏ ਭਰਾਵਾਂ ਅਤੇ ਭੈਣਾਂ ਨੂੰ ਮਿਲ ਕੇ ਖੁਸ਼ੀ ਕਿਉਂ ਨਹੀਂ ਹੁੰਦੀ? ਜੇਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਦ ਅਜਿਹਾ ਇਸ ਲਈ ਹੈ ਕਿਉਂਕਿ ਕਿਰਪਾ ਸੜ ਰਹੀ ਹੈ। ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਲੱਛਣ ਹਨ ਤਦ ਮੈਂ ਅੱਜ ਤੁਹਾਡੇ ਉੱਤੇ ਸਪਸ਼ਟ ਰੂਪ ਨਾਲ ਪ੍ਰਗਟ ਕਰਦਾ ਹਾਂ ਕਿ ਪਰਮੇਸ਼ਰ ਦੀ ਕਿਰਪਾ ਸੜ ਰਹੀ ਹੈ। ਫਿਰ ਅਸੀਂ ਉਸ ਕਿਰਪਾ ਨੂੰ ਜੋ ਸੜ ਰਹੀ ਹੈ ਉਸ ਕਿਰਪਾ ਵਿੱਚ ਬਦਲਣ ਲਈ ਜੋ ਜੀਵਨ ਵਿੱਚ ਉਛਲਦੀ ਹੈ ਕੀ ਕਰ ਸਕਦੇ ਹਾਂ? ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਮ੍ਰਿਤ ਸਾਗਰ ਅਤੇ ਗਲੀਲ ਸਾਗਰ ਬਾਰੇ ਧਿਆਨ ਨਾਲ ਸੋਚੋ। ਸਾਨੂੰ ਇਹ ਕਹਿੰਦੇ ਹੋਏ ਪਰਮੇਸ਼ਰ ਦੇ ਸਾਹਮਣੇ ਕਮੰਡ ਨਹੀਂ ਕਰਨਾ ਚਾਹੀਦਾ, ਮੈਂ ਹੁਣ 10 ਸਾਲ ਜਾਂ 20 ਸਾਲ ਤੋਂ ਸੱਚਾਈ ਵਿੱਚ ਹਾਂ। ਇਸ ਬਾਰੇ ਸ਼ੇਖੀ ਮਾਰਨ ਦੀ ਕੋਈ ਲੋੜ ਨਹੀਂ ਹੈ। ਅਜਿਹੇ ਮੈਂਬਰ ਹਨ ਜੋ ਸਿਰਫ 1 ਸਾਲ ਤੋਂ ਸੱਚਾਈ ਵਿੱਚ ਹੋਣ ਦੇ ਬਾਵਜੂਦ ਹਮੇਸ਼ਾ ਪਰਮੇਸ਼ਰ ਦੇ ਵਚਨ ਨੂੰ ਸਾਂਝਾ ਕਰਦੇ ਹਨ, ਹਮੇਸ਼ਾ ਪ੍ਰਚਾਰ ਕਰਦੇ ਹਨ ਅਤੇ ਹਮੇਸ਼ਾ ਪਰਮੇਸ਼ਰ ਦੇ ਵਚਨ ਦੀ ਵਡਿਆਈ ਕਰਦੇ ਹਨ। ਹਾਲਾਂਕਿ ਅਜਿਹੇ ਮੈਂਬਰ ਹਨ ਜੋ 10 ਸਾਲ ਜਾਂ 20 ਸਾਲ ਤੋਂ ਸੱਚਾਈ ਵਿੱਚ ਹੋਣ ਦੇ ਬਾਵਜੂਦ ਕਿਸੇ ਨਾਲ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ
ਜਾਂ ਸਾਂਝਾ ਨਹੀਂ ਕਰਦੇ। ਉਹ ਮ੍ਰਿਤ ਸਾਗਰ ਵਰਗੇ ਹਨ ਜਿੱਥੇ ਕਿਰਪਾ ਸੜ ਰਹੀ ਹੈ। ਜੋ ਕਿਰਪਾ ਨੂੰ ਸੜਨ ਦਿੰਦਾ ਹੈ ਉਹ ਉਸ ਵਾਂਗ ਹੈ ਜਿਸ ਨੇ ਇੱਕ ਤੋੜਾ ਪ੍ਰਾਪਤ ਕੀਤਾ ਅਤੇ ਉਸ ਨੂੰ ਲੁਕਾ ਦਿੱਤਾ। ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਵਿਸ਼ਵਾਸ ਕਿਹੜੀ ਜਗ੍ਹਾ ਤੇ ਹੋਵੇ? ਅਜਿਹੀ ਜਗ੍ਹਾ ਤੇ ਹੋਵੇ ਜਿੱਥੇ ਕਿਰਪਾ ਸੜਦੀ ਹੈ ਜਾਂ ਅਜਿਹੀ ਜਗ੍ਹਾ ਤੇ ਹੋਵੇ ਜਿੱਥੇ ਕਿਰਪਾ ਉਛਲਦੀ ਹੈ? ਕਿ ਤੁਸੀਂ ਅਜਿਹਾ ਵਿਸ਼ਵਾਸ ਨਹੀਂ ਚਾਹੁੰਦੇ ਜੋ ਕਿਰਪਾ ਨਾਲ ਭਰਿਆ ਹੋਵੇ? ਕਿ ਸਾਨੂੰ ਕਿਰਪਾ ਨਾਲ ਭਰਪੂਰ ਵਿਅਕਤੀ ਨਹੀਂ ਬਣਨਾ ਚਾਹੀਦਾ? ਤਦ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਜਿੱਥੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਨਹੀਂ ਲਿਆਇਆ ਜਾਂਦਾ ਉੱਥੇ ਕਿਰਪਾ ਸੜਦੀ ਹੈ। ਜਿੱਥੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਇਆ ਜਾਂਦਾ ਹੈ ਉੱਥੇ ਕਿਰਪਾ ਉਛਲਦੀ ਹੈ। ਤੋੜਿਆਂ ਦੇ ਦ੍ਰਿਸ਼ਟਾਂਤ ਵਿੱਚ ਪਰਮੇਸ਼ਰ ਸਾਨੂੰ ਉਹਨਾਂ ਲੋਕਾਂ ਬਾਰੇ ਇੱਕ ਬਹੁਤ ਮਹੱਤਵਪੂਰਨ ਸਿੱਖਿਆ ਦਿੰਦੇ ਹਨ ਜੋ ਕਿਰਪਾ ਨਾਲ ਭਰ ਜਾਂਦੇ ਹਨ ਅਤੇ ਜੋ ਕਿਰਪਾ ਨੂੰ ਸੜਨ ਦਿੰਦੇ ਹਨ। ਆਓ ਅਸੀਂ ਮਤੀ ਅਧਿਆਇ 25 ਉੱਤੇ ਜਾਈਏ। ਆਓ ਅਸੀਂ ਮਤੀ ਅਧਿਆਇ 25 ਵਚਨ 14 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 25 ਵਚਨ 14 ਵਿੱਚ ਲਿਖਿਆ ਹੈ, ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪ੍ਰਦੇਸ਼ ਨੂੰ ਜਾਣ ਲੱਗਿਆ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪ੍ਰਦੇਸ਼ ਨੂੰ ਚਲਿਆ ਗਿਆ। ਜਿਹਨੇ 5 ਤੋੜੇ ਲਏ ਸਨ ਉਹਨੇ ਝੱਟ ਜਾ ਕੇ ਉਹਨਾਂ ਨਾਲ ਵੰਜ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਉਹ ਮਾਲਕ ਦੇ ਵਚਨ ਨੂੰ ਅਮਲ ਵਿੱਚ ਲਿਆਇਆ। ਜਿਵੇਂ ਕਿ ਮਾਲਕ ਨੇ ਹੁਕਮ ਦਿੱਤਾ ਸੀ ਇਹਨਾਂ ਪੈਸੇ ਨਾਲ ਵੰਜ ਵਪਾਰ ਕਰੋ, ਉਹ ਇਸ ਨੂੰ ਤੁਰੰਤ ਅਮਲ ਵਿੱਚ ਲਿਆਇਆ। ਆਓ ਅਸੀਂ ਵਚਨ 17 ਨੂੰ ਦੇਖੀਏ। ਇਸੇ ਤਰ੍ਹਾਂ ਜਿਹਨੇ 2 ਲਏ ਸਨ ਉਹਨੇ ਵੀ ਹੋਰ 2 ਖੱਟ ਲਏ, ਪਰ ਜਿਹਨੇ ਇੱਕੋ ਲਿਆ ਸੀ ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਇਆਂ ਨੂੰ ਲੁਕਾ ਦਿੱਤਾ। ਇਸ ਨੌਕਰ ਨੇ ਆਪਣੇ ਮਾਲਕ ਦੀ ਕਿਰਪਾ ਪਾਈ ਪਰ ਉਹ ਇਸ ਨੂੰ ਅਮਲ ਵਿੱਚ ਨਹੀਂ ਲਿਆਇਆ। ਉਸਨੇ ਇਸ ਨੂੰ ਸਿਰਫ ਆਪਣੇ ਕੋਲ ਹੀ ਰੱਖਿਆ। ਆਓ ਦੇਖੀਏ ਕਿ ਨਤੀਜਾ ਕੀ ਸੀ। ਵਚਨ 19, ਹੋ ਚਿਰ ਪਿੱਛੋਂ ਉਹਨਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ। ਸੋ ਜਿਹਨੇ 5 ਤੋੜੇ ਲਏ ਸਨ ਉਹਨੇ ਕੋਲ ਆਣ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ 5 ਤੋੜੇ ਸੌਂਪੇ ਸਨ, ਵੇਖੋ ਮੈਂ 5 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਤਾਂ ਥੋੜੇ ਜਿਹੇ ਵਿੱਚ ਵੀ ਮਾਤਬਰ ਨਿਕਲਿਆ। ਮੈਂ ਤੁਹਾਨੂੰ ਬਹੁਤ ਸਾਰੇ ਇਖਤਿਆਰ ਦਿਆਂਗਾ, ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਹਨੇ 2 ਤੋੜੇ ਲਏ ਸਨ ਉਹਨੇ ਵੀ ਕੋਲ ਆਣ ਕੇ ਬੋਲਿਆ, ਸੁਆਮੀ ਜੀ ਤੁਸੀਂ ਮੈਨੂੰ 2 ਤੋੜੇ ਸੌਂਪੇ ਸਨ, ਵੇਖੋ ਮੈਂ 2 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ। ਪਰਮੇਸ਼ਰ ਇਹ ਨਹੀਂ ਦੇਖਦੇ ਕਿ ਉਹਨਾਂ ਕੋਲ ਕਿੰਨੇ ਜ਼ਿਆਦਾ ਜਾਂ ਕਿੰਨੇ ਘੱਟ ਤੋੜੇ ਹਨ। ਇਸ ਦੀ ਬਜਾਏ ਪਰਮੇਸ਼ਰ ਇਹ ਦੇਖਦੇ ਹਨ ਕਿ ਉਹ ਉਹਨਾਂ ਦੇ ਵਚਨਾਂ ਨੂੰ ਅਮਲ ਵਿੱਚ ਲਿਆ ਰਹੇ ਹਨ ਜਾਂ ਨਹੀਂ। ਪਰਮੇਸ਼ਰ ਨੇ ਇਹ ਨਹੀਂ ਕਿਹਾ ਤੁਸੀਂ ਜਿਨ੍ਹਾਂ ਨੇ 5 ਤੋੜੇ ਕਮਾਏ 2 ਤੋੜੇ ਕਮਾਉਣ ਵਾਲਿਆਂ ਤੋਂ ਜ਼ਿਆਦਾ ਉੱਤਮ ਹੋ। ਉਹਨਾਂ ਨੇ ਦੋਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ 5 ਤੋੜੇ ਕਮਾਏ ਅਤੇ ਜਿਨ੍ਹਾਂ ਨੇ 2 ਤੋੜੇ ਕਮਾਏ ਕਿਹਾ, ਸ਼ਾਬਾਸ਼। ਅਜਿਹਾ ਇਸ ਲਈ ਕਿਉਂਕਿ ਉਹ ਉਹਨਾਂ ਦੇ ਵਚਨ ਨੂੰ ਅਮਲ ਵਿੱਚ ਲਿਆਏ। ਹਾਲਾਂਕਿ ਜਿਨ੍ਹਾਂ ਨੇ 1 ਤੋੜਾ ਪ੍ਰਾਪਤ ਕੀਤਾ ਉਸਨੇ ਉਸ ਨੂੰ ਸਿਰਫ ਆਪਣੇ ਕੋਲ ਹੀ ਰੱਖਿਆ। ਆਓ ਅਸੀਂ ਵਚਨ 24 ਨੂੰ ਦੇਖੀਏ ਕਿ ਪਰਮੇਸ਼ਰ ਨੇ ਉਸ ਵਿਅਕਤੀ ਬਾਰੇ ਕੀ ਕਿਹਾ ਜੋ ਇਸ ਨੂੰ ਅਮਲ ਵਿੱਚ ਨਹੀਂ ਲਿਆਇਆ। ਫਿਰ ਜਿਹਨੇ 1 ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ, ਸੁਆਮੀ ਜੀ ਮੈਂ ਜਾਣਿਆ ਜੋ ਤੁਸੀਂ ਕੜਰੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖੰਡਾਇਆ ਉੱਥੋਂ ਇਕੱਠਾ ਕਰਦੇ ਹੋ। ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ, ਇਹ ਆਪਣਾ ਹੈ, ਲੈ ਲਓ। ਉਸਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ, ਕਿ ਤੈਂ ਜਾਣਿਆ ਪਰ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਔਰ ਜਿੱਥੇ ਮੈਂ ਨਹੀਂ ਖੰਡਾਇਆ ਉੱਥੋਂ ਇਕੱਠਾ ਕਰਦਾ ਹਾਂ। ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁਦਾ ਲੈਂਦਾ। ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ 10 ਤੋੜੇ ਹੈ ਉਹਨੂੰ ਦਿਓ, ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਉਸ ਕੋਲ ਜੋ ਉਹਦਾ ਹੈ ਸੋ ਵੀ ਫਿਰ ਲਿਆ ਜਾਵੇਗਾ। ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਕੋਰ ਵਿੱਚ ਕੱਢ ਦਿਓ, ਉੱਥੇ ਰੋਣਾ ਤੇ ਕਚੀਚੀਆਂ ਵੱਟਣਾ ਹੋਵੇਗਾ। ਇਹ ਦ੍ਰਿਸ਼ਟਾਂਤ ਅਸੀਂ ਕਈ ਵਾਰ ਪੜ੍ਹਿਆ ਹੈ। ਇਹਨਾਂ ਵਚਨਾਂ ਦੁਆਰਾ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕੌਣ ਕਿਰਪਾ ਨਾਲ ਭਰਿਆ ਹੋਇਆ ਹੈ ਅਤੇ ਕੌਣ ਪਰਮੇਸ਼ਰ ਦੀ ਕਿਰਪਾ ਨੂੰ ਸੜਨ ਦਿੰਦਾ ਹੈ। ਸਾਨੂੰ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ, ਸਾਨੂੰ ਸਬਤ ਦਾ ਦਿਨ ਮਨਾਉਣਾ ਚਾਹੀਦਾ ਹੈ। ਪਸਾਹ ਦਾ ਪਰਬ ਪਵਿੱਤਰਤਾ ਨਾਲ ਮਨਾਓ, ਸਾਨੂੰ ਪਸਾਹ ਦਾ ਪਰਬ ਮਨਾਉਣਾ ਚਾਹੀਦਾ ਹੈ। ਯਤਨ ਨਾਲ ਪ੍ਰਚਾਰ ਕਰੋ, ਸਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਭਰਾਵਾਂ ਤੇ ਭੈਣਾਂ ਨਾਲ ਪਿਆਰ ਵਿੱਚ ਇੱਕ ਹੋ ਜਾਓ, ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ। ਅਸੀਂ ਜਿੱਥੇ ਕਿਤੇ ਵੀ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦੇ ਹਾਂ ਉੱਥੇ ਪਰਮੇਸ਼ਰ ਦੀ ਕਿਰਪਾ ਉਛਲਦੀ ਹੈ।
ਜਦੋਂ ਅਸੀਂ ਇਹ ਸੋਚਦੇ ਹੋਏ ਪਰਮੇਸ਼ਰ ਦੇ ਵਚਨ ਨੂੰ ਸਿਰਫ ਬਾਈਬਲ ਵਿੱਚ ਲਿਖੇ ਗਏ ਵਚਨਾਂ ਦੇ ਰੂਪ ਵਿੱਚ ਮੰਨਦੇ ਹਾਂ, ਇਹ ਵਚਨ ਬਾਈਬਲ ਵਿੱਚ ਹਨ, ਇਹ ਸ਼ਬਦ ਬਾਈਬਲ ਵਿੱਚ ਹਨ, ਤਦ ਕਿਰਪਾ ਸੀਮਿਤ ਰਹਿੰਦੀ ਹੈ ਅਤੇ ਸੜ ਜਾਂਦੀ ਹੈ। ਆਓ ਅਸੀਂ ਇੱਕ ਵਾਰ ਫਿਰ ਇਸ ਨੂੰ ਆਪਣੇ ਦਿਲਾਂ ਅਤੇ ਮਨਾਂ ਵਿੱਚ ਉਕਾਰੀਏ। ਆਓ ਅਸੀਂ ਅਬਰਾਹਮ ਬਾਰੇ ਸੋਚੀਏ। ਪਰਮੇਸ਼ਰ ਨੇ ਕਿਹਾ, ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ ਮੋਰੀਆ ਪਹਾੜ ਤੇ ਬਲੀ ਕਰ। ਅਬਰਾਹਮ ਪਰਮੇਸ਼ਰ ਦੇ ਵਚਨ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਇਆ ਕਿ ਇਸ ਲਈ ਅਬਰਾਹਮ ਕੋਲ ਉਹ ਵਿਸ਼ਵਾਸ ਨਹੀਂ ਸੀ ਜੋ ਹਰ ਰੋਜ਼ ਕਿਰਪਾ ਨਾਲ ਉਛਲਦਾ ਸੀ। ਨੂਹ ਬਾਰੇ ਕੀ? ਜਦੋਂ ਪਰਮੇਸ਼ਰ ਨੇ ਨੂਹ ਨੂੰ ਕਿਸ਼ਤੀ ਤਿਆਰ ਕਰਨ ਅਤੇ ਬਣਾਉਣ ਲਈ ਕਿਹਾ, ਤਦ ਉਸ ਦੇ ਮਨ ਵਿੱਚ ਕੋਈ ਹੋਰ ਵਿਚਾਰ ਨਹੀਂ ਸੀ। ਉਹ ਪਰਮੇਸ਼ਰ ਦੇ ਵਚਨ ਨੂੰ ਤੁਰੰਤ ਅਮਲ ਵਿੱਚ ਲਿਆਇਆ। ਇਸ ਪ੍ਰਕਾਰ ਉਸ ਨੂੰ ਧਾਰਮਿਕਤਾ ਦੇ ਵਾਰਿਸ ਅਤੇ ਵਿਸ਼ਵਾਸ ਦੇ ਪੂਰਵਜ ਦਾ ਮਹਾਨ ਅਹੁਦਾ ਦਿੱਤਾ ਜਾ ਸਕਿਆ। ਇਨ੍ਹਾਂ ਸਾਰੇ ਲੋਕਾਂ ਨੇ ਕਦੇ ਵੀ ਉਸ ਕਿਰਪਾ ਨੂੰ ਬੰਦ ਨਹੀਂ ਕੀਤਾ ਜੋ ਉਹਨਾਂ ਨੂੰ ਮਿਲੀ ਸੀ ਅਤੇ ਨਾ ਹੀ ਇਸ ਨੂੰ ਸੜਨ ਦਿੱਤਾ। ਉਹਨਾਂ ਨੇ ਆਪਣੇ ਅੰਦਰ ਕਿਰਪਾ ਨੂੰ ਸੜਨ ਨਹੀਂ ਦਿੱਤਾ, ਪਰ ਉਹ ਹਮੇਸ਼ਾ ਕਿਰਪਾ ਨਾਲ ਭਰੇ ਹੋਏ ਸੀ। ਅਬਰਾਹਮ, ਨੂਹ ਅਤੇ ਮੂਸਾ, ਸਾਰਾ, ਯਾਕੂਬ ਅਤੇ ਇਸਹਾਕ ਵਰਗੇ ਲੋਕਾਂ ਨੇ, ਜੋ ਇਬਰਾਨੀ ਅਧਿਆਇ 11 ਵਿੱਚ ਦਰਜ ਕੀਤੇ ਗਏ ਹਨ, ਲਗਨ ਨਾਲ ਪਰਮੇਸ਼ਰ ਦੀ ਇੱਛਾ ਦਾ ਪ੍ਰਚਾਰ ਕੀਤਾ ਅਤੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਏ। ਉਹ ਪਰਮੇਸ਼ਰ ਦੀ ਕਿਰਪਾ ਨਾਲ ਭਰੇ ਹੋਏ ਸੀ। ਪਰਮੇਸ਼ਰ ਨੇ ਉਹਨਾਂ ਨੂੰ ਅਜਿਹੇ ਲੋਕ ਕਿਹਾ ਜਿਨ੍ਹਾਂ ਵਿੱਚ ਵਿਸ਼ਵਾਸ ਹੈ। ਵਿਸ਼ਵਾਸ ਰੱਖਣ ਵਾਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦੇ ਹਨ। ਅਜਿਹੇ ਲੋਕਾਂ ਵਿੱਚ ਕਿਰਪਾ ਕਦੇ ਨਹੀਂ ਸੜਦੀ। ਉਹਨਾਂ ਵਿੱਚ ਪਰਮੇਸ਼ਰ ਦੀ ਕਿਰਪਾ ਕਿਵੇਂ ਹੁੰਦੀ ਹੈ? ਉਹ ਉਛਲਦੀ ਰਹਿੰਦੀ ਹੈ। ਜਿੰਨਾ ਉਹ ਦੂਸਰਿਆਂ ਨਾਲ ਸਾਂਝਾ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਆਪਣੀ ਕਿਰਪਾ ਨਾਲ ਉਨਾ ਜ਼ਿਆਦਾ ਭਰਦੇ ਹਨ, ਅਤੇ ਜਦੋਂ ਉਹ ਦੂਸਰਿਆਂ ਉੱਤੇ ਕਿਰਪਾ ਕਰਦੇ ਹਨ, ਤਦ ਪਰਮੇਸ਼ਰ ਉਹਨਾਂ ਨੂੰ ਫਿਰ ਤੋਂ ਬਹੁਤਾਇਤ ਨਾਲ ਭਰ ਦਿੰਦੇ ਹਨ। ਸਾਰੇ ਲੋਕੋ, ਸਾਨੂੰ ਆਪਣੀ ਭਰਪੂਰ ਕਿਰਪਾ ਨਾਲ ਭਰਨ ਲਈ ਪਰਮੇਸ਼ਰ ਸਾਨੂੰ ਯਾਦ ਕਰਾਉਂਦੇ ਹਨ, ਉਸ ਵਿਅਕਤੀ ਵਾਂਗ ਜਿਸ ਨੇ 5 ਤੋੜੇ ਕਮਾਏ ਸੀ ਸਾਮਰੀਆ ਵਿੱਚ, ਅਤੇ ਧਰਤੀ ਦੇ ਬੰਨੇ ਤੱਕ ਸਾਰੇ ਲੋਕਾਂ ਨੂੰ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰੋ। ਆਓ ਅਸੀਂ ਦੂਸਰਾ ਤਿਮੋਥਿਉਸ ਅਧਿਆਇ 4 ਉੱਤੇ ਜਾਈਏ। ਆਓ ਅਸੀਂ ਦੂਸਰਾ ਤਿਮੋਥਿਉਸ ਅਧਿਆਇ 4 ਵਚਨ 1 ਉੱਤੇ ਨਜ਼ਰ ਪਾਈਏ। ਮੈਂ ਪਰਮੇਸ਼ਵਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਕੀਦ ਕਰਦਾ ਹਾਂ। ਭਾਈ, ਤੂੰ ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੋ, ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕਦੇ, ਤਾੜਨਾ ਅਤੇ ਤਕੀਦ ਕਰ, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ। ਅੱਜ ਕੱਲ੍ਹ ਲੋਕਾਂ ਦੀ ਗੱਲਬਾਤ ਦਾ ਵਿਸ਼ਾ ਸਿਰਫ ਅਰਥਹੀਨ ਕਹਾਣੀਆਂ ਅਤੇ ਸੰਸਾਰ ਬਾਰੇ ਮਿੱਥੀਆਂ ਕਹਾਣੀਆਂ ਹਨ। ਆਓ ਅਸੀਂ ਵਚਨ 5 ਨਾਲ ਜਾਰੀ ਰੱਖੀਏ। ਪਰ ਤੂੰ ਸਭਨੀ ਗੱਲੀ ਸੁਚੇਤ ਰਹੀ, ਦੁੱਖ ਚੱਲੀ, ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਈ ਨੂੰ ਪੂਰਿਆ ਕਰੀ, ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਗ ਦੇਣ ਨੂੰ ਹਾਂ ਅਤੇ ਮੇਰੇ ਕੂਚ ਦਾ ਨਗਾਰਾ ਵੱਜਣ ਲੱਗਾ ਹੈ। ਮੈਂ ਅੱਛੀ ਕੁਸ਼ਤੀ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨੇਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ। ਬਾਈਬਲ ਸਾਨੂੰ ਇਹ ਸਿਖਾਉਂਦੀ ਹੈ। ਰਸੂਲ ਪੌਲੁਸ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਿਸੇ ਵੀ ਗੱਲ ਤੋਂ ਸ਼ਰਮਿੰਦਾ ਨਹੀਂ ਹੈ। ਉਹਨਾਂ ਨੇ ਕਿਹਾ, ਸਵਰਗ ਵਿੱਚ ਧਾਰਮਿਕਤਾ ਦੇ ਮੁਕਟ ਤੋਂ ਇਲਾਵਾ ਜੋ ਮੇਰੇ ਲਈ ਰੱਖਿਆ ਹੋਇਆ ਹੈ, ਮੇਰੇ ਕੋਲ ਕੁਝ ਵੀ ਨਹੀਂ ਬਚਿਆ ਹੈ। ਉਸਨੇ ਕੀ ਕੀਤਾ? ਉਸਨੇ ਹਰ ਰੋਜ਼ ਪਰਮੇਸ਼ਰ ਦੇ ਵਚਨ ਨੂੰ ਫੈਲਾਇਆ। ਉਸਨੇ ਆਪਣਾ ਪੂਰਾ ਜੀਵਨ ਉਸ ਵਿਸ਼ਵਾਸ ਨੂੰ ਫੈਲਾਉਣ ਲਈ ਜੋ ਉਸ ਕੋਲ ਸੀ, ਮਸੀਹ ਯਿਸੂ ਤੇ ਆਪਣੇ ਵਿਸ਼ਵਾਸ ਨੂੰ ਸਾਂਝਾ ਕਰਨ ਅਤੇ ਦੂਜਿਆਂ ਨੂੰ ਵਿਸ਼ਵਾਸ ਦਿਲਾਉਣ ਲਈ ਕਿ ਯਿਸੂ ਮਸੀਹ ਹੈ, ਸਮਰਪਿਤ ਕੀਤਾ। ਇਸ ਤਰ੍ਹਾਂ ਰਸੂਲ ਪੌਲੁਸ ਇੱਕ ਅਜਿਹਾ ਵਿਅਕਤੀ ਨਹੀਂ ਸੀ ਜਿਸ ਦੀ ਕਿਰਪਾ ਉਸਦੇ ਅੰਦਰ ਸੜ ਗਈ, ਪਰ ਉਹ ਅਜਿਹਾ ਵਿਅਕਤੀ ਸੀ ਜੋ ਕਿਰਪਾ ਨਾਲ ਭਰਿਆ ਹੋਇਆ ਸੀ। ਸਾਰੇ ਲੋਕੋ, ਪਰਮੇਸ਼ਰ ਸਾਡੇ ਨਾਲ ਬਾਈਬਲ ਵਿੱਚ ਦਰਜ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਕਿਉਂ ਵੰਡ ਰਹੇ ਹਨ? ਕਿ ਬਾਈਬਲ ਵਿੱਚ ਇਹ ਨਹੀਂ ਲਿਖਿਆ ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ। ਇਹ 2000 ਸਾਲ ਪਹਿਲਾਂ ਦਰਜ ਕੀਤਾ ਗਿਆ ਸੀ। ਪਰਮੇਸ਼ਵਰ ਨੇ 2000 ਸਾਲ ਪਹਿਲਾਂ ਬਾਈਬਲ ਵਿੱਚ ਇੱਕ ਵਿਅਕਤੀ ਬਾਰੇ ਦਰਜ ਕੀਤਾ ਕਿ ਉਹ ਵਿਸ਼ਵਾਸ ਦੇ ਜੀਵਨ ਵਿੱਚ ਕਿਵੇਂ ਚੱਲਿਆ। ਅਜਿਹਾ ਕਿਉਂ ਹੈ? ਸਾਨੂੰ ਸਿਖਾਉਣ ਲਈ।
ਫਿਰ ਸਾਨੂੰ ਇਸ ਸਿੱਖਿਆ ਤੋਂ ਸਿੱਖਣਾ ਚਾਹੀਦਾ ਹੈ, ਕਿਰਪਾ ਨੂੰ ਨਸ਼ਟ ਕਰਨ ਵਾਲੇ ਨਾ ਬਣੋ, ਪਰ ਹਰ ਦਿਨ ਕਿਰਪਾ ਨਾਲ ਉਛਲਣ ਵਾਲੇ ਬਣੋ। ਕੜੇ ਦੇ ਆਟੇ ਵਾਂਗ ਸਾਨੂੰ ਜੋ ਅੰਦਰ ਹੈ ਉਸ ਨੂੰ ਕੱਢਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਾਡੇ ਅੰਦਰ ਕੁਝ ਨਵਾਂ ਆ ਸਕੇ। ਜੋ ਅਸੀਂ ਪਹਿਲਾਂ ਹਾਸਲ ਕੀਤਾ, ਜੇਕਰ ਅਸੀਂ ਉਸ ਨੂੰ 10 ਜਾਂ 20 ਸਾਲਾਂ ਤੱਕ ਆਪਣੇ ਅੰਦਰ ਰੱਖੀਏ ਤਦ ਇਹ ਆਖਿਰਕਾਰ ਸੜ ਜਾਏਗਾ। ਜੇਕਰ ਅਸੀਂ ਦੂਸਰਿਆਂ ਨੂੰ ਦੱਸ ਦਈਏ ਕਿ ਸਾਡੇ ਕੋਲ ਕੀ ਹੈ, ਉਸ ਨੂੰ ਦੂਸਰਿਆਂ ਨੂੰ ਦਈਏ ਅਤੇ ਉਹਨਾਂ ਨੂੰ ਸੱਚਾਈ ਨੂੰ ਮਹਿਸੂਸ ਕਰਾਈਏ, ਤਦ ਕੱਲ ਪਰਮੇਸ਼ਰ ਸਾਨੂੰ ਪਵਿੱਤਰ ਆਤਮਾ ਦੀ ਕਿਰਪਾ ਨਾਲ ਭਰ ਦੇਣਗੇ। ਸਾਡੇ ਅੰਦਰ ਜੋ ਭਰਿਆ ਹੈ, ਜਦੋਂ ਅਸੀਂ ਉਸ ਨੂੰ ਕੱਢਦੇ ਹਾਂ, ਸਿਰਫ ਤਦ ਹੀ ਪਰਮੇਸ਼ਰ ਦੀ ਕਿਰਪਾ ਹਰ ਰੋਜ਼ ਉਛਲਦੀ ਹੈ ਅਤੇ ਤਾਜ਼ੀ ਹੁੰਦੀ ਹੈ। ਜੇਕਰ ਅਸੀਂ ਇਸ ਨੂੰ ਹਰ ਸਮੇਂ 1 ਹਫ਼ਤੇ, 2 ਹਫ਼ਤੇ, 1 ਮਹੀਨੇ ਅਤੇ 1 ਸਾਲ ਤੱਕ ਆਪਣੇ ਕੋਲ ਰੱਖੀਏ, ਤਦ ਸਾਡੇ ਕਿਰਪਾ ਦੇ ਘੜੇ ਵਿੱਚ ਕੀੜੇ ਹੋਣਗੇ ਅਤੇ ਇਹ ਖਰਾਬ ਆਟੇ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ। ਸਾਰੇ ਲੋਕੋ ਅਜਿਹੇ ਲੋਕ ਹਨ ਜੋ ਕਿਰਪਾ ਨੂੰ ਸੜਨ ਦਿੰਦੇ ਹਨ ਅਤੇ ਕੁਝ ਅਜਿਹੇ ਵੀ ਹਨ ਜੋ ਕਿਰਪਾ ਨੂੰ ਉਛਲਣ ਦਿੰਦੇ ਹਨ। ਅਜਿਹੀ ਜਗ੍ਹਾ ਹੈ ਜਿੱਥੇ ਕਿਰਪਾ ਸੜ ਜਾਂਦੀ ਹੈ ਅਤੇ ਅਜਿਹੀ ਜਗ੍ਹਾ ਹੈ ਜਿੱਥੇ ਕਿਰਪਾ ਉਛਲਦੀ ਹੈ। ਆਓ ਅਸੀਂ ਸਾਰੇ ਇੱਕ ਵਾਰ ਫਿਰ ਆਪਣੇ ਦਿਲਾਂ ਅਤੇ ਆਪਣੇ ਮਨਾਂ ਵਿੱਚ ਉਸ ਕਾਰਨ ਨੂੰ ਉਕਾਰੀਏ ਕਿ ਪਰਮੇਸ਼ਵਰ ਨੇ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਕਿਉਂ ਦਿੱਤਾ ਹੈ। ਸਿਓਨ ਵਿੱਚ ਸਾਡੇ ਸਾਰੇ ਭੈਣੋ ਅਤੇ ਭਰਾਵੋ, ਅਬਰਾਹਮ, ਨੂਹ, ਰਸੂਲ ਪੌਲੁਸ ਅਤੇ ਰਸੂਲ ਪਤਰਸ ਵਾਂਗ ਜੋ ਹਮੇਸ਼ਾ ਕਿਰਪਾ ਨਾਲ ਭਰੇ ਹੋਏ ਸੀ, ਵਿਸ਼ਵਾਸ ਨੂੰ ਕੰਮ ਵਿੱਚ ਲਿਆਓ। ਤੁਹਾਨੂੰ ਸਾਰਿਆਂ ਨੂੰ ਦ੍ਰਿੜ ਵਿਸ਼ਵਾਸ ਨਾਲ ਸੱਚਾਈ ਵਿੱਚ ਬਣੇ ਰਹਿਣ ਲਈ ਕਹਿੰਦੇ ਹੋਏ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।